प्यारे सिखਿਆਰਥੀ ਅਧਿਆਪਕੋ ਸਤਿ ਸ਼੍ਰੀ ਅਕਾਲ। ਡੀਐਲਐਡ ਦੇ ਵਿੱਚ ਗਣਿਤ ਦੀ ਪੈਡਾਗੋਜੀ, ਗਣਿਤ ਪੜ੍ਹਾਉਣ ਦਾ ਢੰਗ ਤਰੀਕਾ, ਇਹਦੇ ਵਿੱਚ ਆਪਾਂ ਸ਼ੁਰੂਆਤ ਦੇ ਵਿੱਚ ਕਰਦੇ ਹਾਂ ਕਿ ਸਕੂਲੀ ਸਿੱਖਿਆ ਪਾਠਕ੍ਰਮ ਵਿੱਚ ਗਣਿਤ ਦਾ ਸਥਾਨ ਕੀ ਹੈ, ਕਿਉਂ ਇਸ ਦੀ ਜ਼ਰੂਰਤ ਹੈ, ਕੀ ਗਣਿਤ ਦੀ ਲੋੜ ਹੈ ਤੇ ਕਿਉਂ ਪੜ੍ਹਾਇਆ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀ ਅਧਿਆਪਕੋ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਗਣਿਤ ਬਿਨਾਂ ਰੋਜ਼ਾਨਾ ਜ਼ਿੰਦਗੀ ਚੱਲਦੀ ਹੀ ਨਹੀਂ। ਜ਼ਿੰਦਗੀ ਦੇ ਵਿੱਚ ਹਰ ਜਗ੍ਹਾ 'ਤੇ ਸਾਨੂੰ ਗਣਿਤ ਦੀ ਲੋੜ ਹੈ। ਇਸ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਸਵੇਰ ਦੇ ਉੱਠਣ ਤੋਂ ਲੈ ਕੇ ਅਸੀਂ ਸਮਾਂ ਵੇਖਦੇ ਹਾਂ, ਰਾਤ ਦੇ ਸਾਡੇ ਸੌਣ ਤੱਕ ਜਿਹੜਾ ਹੈ ਸਾਰਾ ਸਮਾਂ ਗਣਿਤ ਸਾਡੇ ਨਾਲ ਰਹਿੰਦਾ ਹੈ। ਰਸੋਈ ਦੇ ਕੰਮਾਂ ਵਿੱਚ, ਬਾਜ਼ਾਰ ਦੇ ਕੰਮਾਂ ਵਿੱਚ, ਹਰ ਤਰੀਕੇ ਦੇ ਕੰਮਾਂ ਵਿੱਚ, ਡਰੈਸ ਪਹਿਨਦੇ ਹਾਂ ਆਪਾਂ, ਕੱਪੜੇ ਪਹਿਨਦੇ ਹਾਂ, ਉਸ ਵਿੱਚ ਸਾਰੇ ਕਿਤੇ ਸਾਨੂੰ ਗਣਿਤ ਦੀ ਲੋੜ ਪੈਂਦੀ ਹੈ। ਤਾਂ ਗਣਿਤ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਇਸੇ ਲਈ ਗਣਿਤ ਦਾ ਮਹੱਤਵਪੂਰਨ ਸਥਾਨ ਹੈ ਪੜ੍ਹਾਈ ਦੇ ਵਿੱਚ। ਈਵਨ ਕਿ ਪ੍ਰਾਇਮਰੀ ਕਲਾਸਿਸ ਦੇ ਵਿੱਚ ਵੀ ਗਣਿਤ ਪੜ੍ਹਾਇਆ ਜਾਂਦਾ ਹੈ, ਕਿਉਂਕਿ ਬੱਚੇ ਨੂੰ ਜੋੜ ਘਟਾਓ ਹੀ ਨਹੀਂ ਆਵੇਗਾ ਤਾਂ ਉਹ ਕਰੇਗਾ ਕਿ ਬੱਚਾ ਸ਼ੁਰੂ ਛੋਟਾ ਜਿਹਾ ਹੀ ਹੁੰਦਾ ਕਿ ਚੀਜ਼ ਖਰੀਦਣ ਦੀ ਉਹਨੂੰ ਹੁੰਦੀ ਹੈ, ਤਾਂ ਉਹ ਵੀ ਉਹਨੂੰ ਪੈਸਿਆਂ ਤੋਂ ਪਤਾ ਲੱਗਦਾ ਕਿ 1 ਰੁਪਏ ਦੀਆਂ 2 ਟਾਫੀਆਂ ਮਿਲਦੀਆਂ ਨੇ। ਤਾਂ ਇਸ ਤਰ੍ਹਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਇਹ ਤੋਂ ਬਿਨਾਂ ਨਹੀਂ ਸਰ ਸਕਦਾ ਆਪਣਾ ਗਣਿਤ ਤੋਂ ਬਿਨਾਂ। ਤਾਂ ਕਿਸ ਨੂੰ ਲੋੜ ਹੈ? ਹਰੇਕ ਵਿਅਕਤੀ ਨੂੰ ਇਸ ਦੀ ਲੋੜ ਹੈ। ਹਰੇਕ ਪੱਖ ਵਿੱਚ ਇਸ ਦੀ ਜ਼ਰੂਰਤ ਹੈ। ਹਰੇਕ ਵਿਅਕਤੀ ਨੂੰ ਹਰ ਥਾਂ 'ਤੇ, ਹਰ ਚੀਜ਼ ਵਿੱਚ, ਹਰ ਪੱਖ 'ਚ, ਹਰ ਵਿਸ਼ੇ ਨਾਲ ਸੰਬੰਧ ਹੈ ਇਹਦਾ। ਦਿਮਾਗੀ ਸਿਖਲਾਈ ਦਾ ਸਾਧਨ ਤਾਂ ਹੈਗਾ ਹੀ ਹੈਗਾ। ਜਿਹਦਾ ਮੈਥ ਵਧੀਆ ਮਜ਼ਬੂਤ, ਆਪਾਂ ਕਹਿੰਦੇ ਬੜਾ ਇੰਟੈਲੀਜੈਂਟ ਹੈ। ਮੈਥੇਮੈਟਿਕਸ ਵਧੀਆ ਹੋਣਾ ਇੱਕ ਵਧੀਆ ਪੱਖ ਹੈ ਦਿਮਾਗ ਦਾ। ਕਿੱਤਾ ਮੁਖੀ ਲਾਭ ਨੈਚੁਰਲ ਹੈ। ਉਹ ਤਾਂ ਮੈਥ ਪੜ੍ਹ ਕੇ ਤੁਸੀਂ ਮੈਥ ਟੀਚਰ ਵੀ ਲੱਗ ਸਕਦੇ ਹੋ। ਬਿਜ਼ਨਸ ਕਰਦੇ ਹੋ ਅਗਰ ਤਾਂ ਵੀ ਤਾਂ ਮੈਥ ਦਾ ਹੀ ਫਾਇਦਾ ਹੈ। ਤਾਂ ਇਸ ਦੇ ਕਿੱਤਾ ਮੁਖੀ ਲਾਭ ਅਨੇਕਾਂ ਹੀ ਨੇ। ਇਕੱਲਾ ਹੀ ਨਹੀਂ ਕਿ ਮੈਥ ਟੀਚਰ ਬਣ ਜਾਣਾ, ਨੋ, ਹਰ ਥਾਂ 'ਤੇ ਗਣਿਤ ਦੇ ਜੋੜ ਘਟਾ ਹੋਣੇ ਨੇ। ਭਾਵੇਂ ਬੱਚੇ ਦੇ ਵਿਕਾਸ ਵੀ ਸਾਰੇ ਵਿਸ਼ੇ ਸਹਾਈ ਹੁੰਦੇ ਨੇ। ਆਪਾਂ ਨੂੰ ਪਤਾ ਕਿ ਜਿਹੜੇ ਵਿਸ਼ੇ ਬਾਰੇ ਆਪਾਂ ਗੱਲ ਕਰਦੇ ਹਾਂ ਉਹੀ ਵਿਸ਼ਾ ਇੰਪੋਰਟੈਂਟ ਹੈ। ਕੋਈ ਵੀ ਵਿਸ਼ਾ ਅਜਿਹਾ ਨਹੀਂ ਹੈ ਜੋ ਇੰਪੋਰਟੈਂਟ ਨਹੀਂ ਹੈ। ਆਪਣੇ ਆਪ 'ਚ ਫਿਜ਼ੀਕਲ ਐਜੂਕੇਸ਼ਨ ਵੀ ਬੜਾ ਇੰਪੋਰਟੈਂਟ ਹੈ। ਜੇ ਸਾਡੀ ਸਿਹਤ ਸਹੀ ਨਹੀਂ, ਅਸੀਂ ਸਹੀ ਜੀਵਨ ਨਹੀਂ ਜੀ ਸਕਦੇ। ਪਰ ਜਿਹੜਾ ਗਣਿਤ ਹੈ ਇਹ ਸਾਡੇ ਮਾਨਸਿਕ ਅਤੇ ਬੌਧਿਕ ਸ਼ਕਤੀ ਨੂੰ ਵਿਕਾਸ ਕਰਦਾ, ਇਹਦਾ ਵਿਕਾਸ ਕਰਦਾ, ਕਿਉਂਕਿ ਇਹਦੇ ਵਿੱਚ ਸਾਡਾ ਦਿਮਾਗ ਲੱਗਦਾ, ਅਸੀਂ ਕੰਸਨਟ੍ਰੇਸ਼ਨ ਦੇ ਨਾਲ ਕਰਦੇ ਹਾਂ ਕੋਈ ਚੀਜ਼, ਪੂਰੇ ਉਹਦੇ ਨਾਲ। ਕਈ ਚੀਜ਼ਾਂ ਦਾ ਕਹਾਣੀ ਸੁਣ ਰਹੇ ਹਾਂ ਆਪਾਂ, ਪੂਰਾ ਕੰਸਨਟ੍ਰੇਸ਼ਨ ਲੈਵਲ ਸਟਰੋਂਗ ਨਾ ਵੀ ਹੋਵੇ ਕਿਉਂਕਿ ਕਹਾਣੀ 'ਚ ਸਾਡਾ ਇੰਟਰਸਟ ਹੈ, ਅਸੀਂ ਸਿੱਖ ਲੈਂਦੇ ਹਾਂ। ਪਰ ਗਣਿਤ ਦੇ ਵਿੱਚ ਪੂਰਾ ਤੁਹਾਨੂੰ ਧਿਆਨ ਲਗਾਉਣਾ ਪਊਗਾ ਤਾਂ ਹੀ ਵਿਸ਼ਾ ਹੋਊਗਾ। ਜੇ ਕਿਤੇ ਥੋੜ੍ਹਾ ਜਿਹਾ ਧਿਆਨ ਇੱਧਰ ਉੱਧਰ ਹੋ ਗਿਆ, ਤੁਹਾਡੇ ਜੋੜ ਘਟਾਓ ਗੁਣਾ ਗਲਤ ਹੋ ਜਾਣੀ ਹੈ, ਤੁਸੀਂ ਕੈਲਕੂਲੇਸ਼ਨ ਸਹੀ ਨਹੀਂ ਕਰ ਪਾਓਗੇ। ਇਸ ਕਰਕੇ ਮੈਥ ਜਿਹੜਾ ਤੁਹਾਡੀ ਕੰਸਨਟ੍ਰੇਸ਼ਨ ਲੈਵਲ ਨੂੰ, ਇਕਾਗਰਤਾ ਲੈਵਲ ਨੂੰ, ਦਿਮਾਗੀ ਸ਼ਕਤੀ ਨੂੰ, ਬੌਧਿਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਅੱਗੇ ਚੱਲਦੇ ਹਾਂ ਆਪਾਂ। ਜਿਵੇਂ ਇਹਦੀ ਡੈਫੀਨੇਸ਼ਨਸ 1-2 ਦੇਖ ਲੈਂਦੇ ਹਾਂ ਆਪਾਂ। ਜਿਵੇਂ ਜੰਗ ਦੇ ਅਨੁਸਾਰ ਉਹ ਕੀ ਕਹਿੰਦੇ ਨੇ, ਗਣਿਤ ਸਿਰਫ ਇੱਕੋ ਇੱਕ ਅਜਿਹਾ ਵਿਸ਼ਾ ਹੈ ਜੋ ਤਰਕਸ਼ੀਲ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਤਰਕਸ਼ੀਲ ਸੋਚ, ਕਿਉਂਕਿ ਇਹਦੇ ਵਿੱਚ ਕੋਈ ਤੁੱਕਾ ਨਹੀਂ ਲੱਗਣਾ, ਕੋਈ ਐਸਟੀਮੇਟ ਨਹੀਂ ਲੱਗਣਾ, ਟੋਟਲੀ ਤਰਕ। ਬਿਲਕੁਲ ਕਿਸੇ ਦੇ ਸਾਹਮਣੇ ਕੁਝ ਵੀ ਕਰਕੇ ਦਿਖਾਣਾ। 1 ਰੁਪਏ ਦੇ ਵਿੱਚ 50 ਪੈਸੇ ਕਿੰਨੇ ਹੁੰਦੇ ਨੇ? 2। ਠੀਕ ਹੈ ਨਾ, ਵੀ ਸਾਰਾ ਜੋੜ ਘਟਾਓ ਕਰਕੇ ਦੱਸੋਗੇ। 50 + 50 100 ਹੁੰਦਾ, 2 + 2 4 ਹੁੰਦਾ, ਸਾਹਮਣੇ ਕਰਕੇ ਦਿਖਾਓਗੇ। ਇਹ ਵਿਦਿਆਰਥੀ ਨੂੰ ਜ਼ਰੂਰੀ ਅਤੇ ਗੈਰ ਜ਼ਰੂਰੀ ਗੱਲਾਂ ਵਿੱਚ ਅੰਤਰ ਪਛਾਣਨ ਦੇ ਯੋਗ ਬਣਾਉਂਦਾ ਹੈ। ਹਾਂ, ਵੀ ਕੀ ਜ਼ਰੂਰੀ ਹੈ, ਕੀ ਗੈਰ ਜ਼ਰੂਰੀ ਹੈ। ਇਹ ਗਣਿਤ ਦੀ ਘਟਾਵਦਾ ਹੁੰਦੇ ਨੇ। ਆਪਾਂ ਆਮ ਜ਼ਿੰਦਗੀ ਜਿੰਦੇ ਬਹੁਤ ਸਾਰੀਆਂ ਗੈਰ ਜ਼ਰੂਰੀ ਗੱਲਾਂ ਵੀ ਅਪਣਾ ਲੈਂਦੇ ਹਾਂ, ਪਰ ਗਣਿਤ ਵਿੱਚ ਅਜਿਹਾ ਨਹੀਂ। ਜੋ ਜ਼ਰੂਰੀ ਹੈ ਉਹੀ ਅਪਣਾਇਆ ਜਾਊਗਾ। ਇਹਦੇ ਨਾਲ ਇਹ ਦੂਸਰੇ ਵਿਸ਼ਿਆਂ ਨੂੰ ਵੀ ਸਮਝਣ ਦੇ ਵਿੱਚ ਕੰਮ ਆਉਂਦਾ, ਕਿਉਂਕਿ ਇਹ ਸਾਰੇ ਵਿਗਿਆਨ ਤੇ ਸਾਰੀਆਂ ਕਲਾਵਾਂ ਦੀ ਕਲਾ ਮੰਨਿਆ ਜਾਂਦਾ। ਦੇਖੋ ਕਿੱਥੇ ਨਹੀਂ, ਸਾਇੰਸ ਪੜ੍ਹੋਗੇ ਤਾਂ ਵੀ ਮੈਥ ਹੈ। ਕੋਈ ਕਲਾ ਕਰਨੀ ਹੈ, ਡਾਂਸ ਕਰਨਾ ਹੈ, ਪੇਂਟਿੰਗ ਕਰਨੀ ਹੈ, ਕੁਛ ਵੀ ਬਣਾਉਣਾ ਹੈ, ਆਲਵੇਜ਼ ਮੈਥ। ਪੇਂਟਿੰਗ ਦੇ ਵਿੱਚ ਵੀ ਮੈਥ ਹੈ। ਮਾਪ ਕੇ ਤੁਸੀਂ ਉਹਦਾ ਸਾਈਜ਼ ਲਓਗੇ ਸਕਰੀਨ ਦਾ, ਉਸ ਤੋਂ ਬਾਅਦ ਮਾਪ ਕੇ ਚੀਜ਼ਾਂ ਬਣਾਓਗੇ। ਰੁਜ਼ਗਾਰ ਦੇ ਵਿੱਚ ਤਾਂ ਇਹਦਾ ਸਾਧਨ ਯੋਗਦਾਨ ਹੈਗੇ। ਮੈਂ ਪਹਿਲਾਂ ਹੀ ਗੱਲ ਕਰ ਲਿਆ ਵੀ ਇਕੱਲਾ ਮੈਥ ਟੀਚਰ ਨਹੀਂ, ਮੈਥ ਪੜ੍ਹ ਕੇ ਬੰਦਾ ਇਨਸਾਨ। ਵੈਸੇ ਤਾਂ ਇਨਸਾਨ ਦੇ ਹਰ ਰੋਜ਼ ਹਰ ਪਲ 'ਤੇ ਮੈਥ ਜ਼ਰੂਰੀ ਹੈ, ਪਰ ਜਿਹੜਾ ਕਿੱਤਾ ਮੁਖੀ ਲਾ ਲਓ, ਰੋਜ਼ਗਾਰ ਦੇ ਲਈ ਜੇ ਵਪਾਰ ਵੀ ਕਰਨਾ, ਬਿਜ਼ਨਸ ਵੀ ਕਰਨਾ, ਕੋਈ ਸਕਿੱਲਾਂ ਬਣਾਉਣੀਆਂ ਨੇ, ਆਰਕੀਟੈਕਟ ਬਣਨਾ, ਕੁਝ ਵੀ ਬਣਨਾ, ਮਤਲਬ ਮੈਥ ਜ਼ਰੂਰੀ। ਇੰਜੀਨੀਅਰ ਬਣਨਾ, ਮੈਥ ਜ਼ਰੂਰੀ। ਹਾਂਜੀ, ਇਹ ਤਾਂ ਕਲੀਅਰ ਹੈ ਬੇਟਾ? ਠੀਕ ਹੈ। ਭਾਵੇਂ ਉਸਨੂੰ ਔਖਾ ਵਿਸ਼ਾ ਮੰਨਦੇ ਹਾਂ, ਪਰ ਫਿਰ ਵੀ ਇਹਦੀ ਜ਼ਰੂਰਤ ਹੈ। ਇਸ ਕਰਕੇ ਜੇ ਅਧਿਆਪਕ ਇਹਨੂੰ ਵਧੀਆ ਢੰਗ ਨਾਲ ਪੜ੍ਹਾਵੇ ਤਾਂ ਇਹ ਵਿਸ਼ੇ ਵਰਗਾ ਕੋਈ ਵਿਸ਼ਾ ਹੀ ਨਹੀਂ। ਬੜਾ ਇੰਟਰਸਟਿੰਗ ਵਿਸ਼ਾ। ਔਰ ਇੱਕ ਗੱਲ ਹੈ ਬੱਚਿਓ, ਜੇ ਆਪਾਂ ਮੈਥ ਕਰਨ ਲੱਗ ਜਾਈਏ ਨਾ, ਬੋਰ ਨਹੀਂ ਹੁੰਦੇ।
मैं खुद अपना एक्सपीरियंस दस्सां तां जदों मैं मैथ का विशा करदी सी तां मैनूं पता ही नहीं लगता सी टाइम किन्ना हो गया। दूजे विशे पढ़दे तां घंटा आधा घंटा 2 घंटे याद आ जांदे। मैथ दे विच कोई सवाल नहीं आ रहा जां टाइम लग रहा जां एक सोच लिया सीरीज़ हल करनी है तां पता ही नहीं कदों तो बैठे 3-4 घंटे कदों बीत जांदे ने। इन्ना इंटरस्टिंग विशा ते ना बाइंड करके रखदा इंसान नूं। ये बहुत ही वधिया विशा है। ताइयों तो कठारी कमीशन ने ये सानू रिपोर्ट दी है कि स्कूल के पहले 10 सालों के गणित ते विज्ञान के विषय सारे विद्यार्थियों को पढ़ाने जरूरी है, लाजमी विषय था। उस बाद सैकेंडरी स्टेज तो बाद देख लो कि किदा का विद्यार्थी बुद्धि रखता है, किस तरह का इंटरस्ट रखता है, तो वो विशेष कोर्स करवाया जाता है। मान लो उन्होंने मैथ इंटरस्ट नहीं तो ना कराओ, जे है तो मैथ के अलग कोर्स हो जाते हैं, जिमें नॉन मैडिकल करते हैं आप, आर्ट्स विद मैथ करते हैं, इस तरह। क्लीयर? हाँ जी। है कि है गणित? वट इज़ मैथमैटिक्स? गणित अंकां ते अस्थानां दा विज्ञान है। नंबर्स, सारी गेम नंबर्स दी है। गुड्स डिक्शनरी की कहती है गणित माप, मात्रा ते आकार दा विज्ञान है। माप मैजरमेंट, क्वांटिटी मात्रा, मैगनीट्यूड आकार, इन्हां सारियां दी मात्रा। ग्रीक भाषा के शब्द तो बनिया बेटा मैथमा। मैथमा मतलब की एदा वट टू नो, की जानना चाहते हो। द साइंस ऑफ क्वांटिटी, अरिस्टोटल ने बहुत पुराने समय च कहा सी। द साइंस दैट ड्रॉज नैसेसरी कंक्लूजनस, बेंजामिन पेरिस ने कहा, जिहड़ा सही नतीजे, जरूरी नतीजे कढ़दा है। मैथमैटिक्स इज अ मेंटल एक्टिविटी विच कंसिस्ट इन कैरिंग आउट कंस्ट्रक्ट्स वन आफ्टर द अदर, एक तो बाद एक, लगातार मैंटल एक्टिविटी, एक प्लस एक, इस एल.ए.जी. ब्राउअर ने कहा। ये सारी डिफिनेशन थोड़े सामने छोटिया छोटिया, तो सानू पता लग जाता है कि वट इज़ मैथमैटिक्स। मैथमैटिक्स इज मेजरमेंट, मैथमैटिक्स इज क्वांटिटी एंड मैग्नीट्यूड। इट ड्रॉज नैसेसरी कंक्लूजन्स, नैसेसरी कंस्ट्रक्ट्स। चलिए अगे आप उद्देश की है। वैसे तो हर गल जो साडी शुरुआत हुई सी उद्देशों तो लैके हुई सी, हुण तक उद्देश ही तो चल रहे हैं। उपयोगी उद्देश, उपयोगी उद्देश का मतलब की है कि उपयोग कित्थे हुंदा है। जे तुहानूं कोई पुछे कि निदा उपयोग कित्थे है, तुसीं कहोगे जी सवेर तो लैके रात तक। सवेरे उठन समय समा देखते हैं कि 5 बज गए, हुण उठन का टाइम हो गया। फिर आप पानी पीने, एक गिलास पानी पी रहे, गिलास। फिर आप चाह का कप बनाना, आधा गिलास पानी, इन्नी चाह पत्ती, इन्नी चीनी, सब सारा ही तो गणित है। शाम तक यही चलता है। बाजार से सब्जी लैके आने 1 किलो, दुध लैके आना 5 लीटर, सारा कुछ ही गणित है। बौद्धिक उद्देश की है मन का विकास, याद शक्ति का विकास, एकाग्रता का विकास। मैथ के फॉर्मूलाज आप याद रखते हैं, 2+2 = 4, ये आप याद रखते हैं। तर्क शक्ति का विकास, अनुशासन के किमें टाइम ते जाना, टाइम ते आना, स्वै कंट्रोल, साडा अपने आप ते कितना कंट्रोल है, नियमबद्धता, निज़म दे विच रहना, सारा कुछ मैथ दसदा है। द डिफरेंट जोड़े उद्देश्य ने उपयोगी, बौद्धिक, ये सारे उद्देश्य अलग अलग बने। उपयोगी उद्देश्य, बौद्धिक, अनुशासनी, समाजिक। समाजिक उद्देश्य की है समाज के किमें रहना सिखाता है मैथ सानू, बन के किस तरह परिवार बनता है, किस तरह एक साथ डिवेलपमेंट होंगी है, सारा कुछ। नैतिक उद्देश्य की है पंक्चुअलिटी, पहले ही आप कर ले, समय ते जाना, शख्सियत का विकास होंदा है। किता मोई बहुत गल्लां कर चुके हैं, कोई भी काम करना है, रोजी रोटी के योग बनाना, सारिया कैलकुलेशन है। ईवन कि तुम स्टिचिंग करना चाहते हो, देखो सारा कुछ कपड़े का कितनी कटिंग करनी है, कितना कुछ रखना है, सारे किता में उद्देश्य जिम्मे मैथ ही लागू होंगे। सभ्याचारक उद्देश्य रीति रिवाज करने ने, वो सारा कुछ मिन के तोल के करना होंगे। समाजिक बंधनों निभाना, ये सारा कुछ सभ्याचारक उद्देश्यों भी मैथ का उपयोग होता है। मनोरंजनात्मक, कोई भी कला है, मैं तुहानूं पहले दसता, खेडां करनियां ने, जादू का कोई खेड दिखाना वो भी आई है। आप कार्ड्स प्ले करते हैं, वो भी आई हैं। लूडो वगैरह ਜਾਂ होर बच्चे छोटी छोटी खेडां खेडते हैं, सारे मैथ ही है। और जो डांस करना वो भी मैथमैटिक रूल अपलाई होंगे ने। पेंटिंग करनी, आर्ट कुछ करना तो भी मैथमैटिकल रूल्स अपलाई होंगे ने। स्वै विश्वास कदों बनते, जीवन जांच कौन सिखाता है? हर विषय सानू जीवन जांच सिखाता है, ताइयों असीं पढ़दे नहीं की लोड़ है। आत्मनिर्भरता सिखाता है, क्योंकि जीवन जांच की है तुहानूं पता हो कि बाजार दे विचों आ चीज़ इन्ने दी मिलूगी, इस तरह मिलूगा, ये सारी जीवन जांच ही तो है। सारा कुछ साडे लिए जीवन जांच सिखाता है मैथ। जे सानू सिंपल बेसिक मैथ नहीं आता होगा तो असीं जीवन नूं वधिया तरीके नाल जी नहीं सकते। तो प्यारे विद्यार्थी अध्यापकों, ये गणित की शुरुआत है। बेसिक जो एक लैसन है, कह लो आप बेसिक जो एक आप लिया चैप्टर लिया, जिहदे विचों तुहानूं दस्से कि गणित है की, दी डेफिनेशन की है,
ਇਹਦੇ ਫਾਇਦੇ ਕੀ ਨੇ, ਪਾਠਕ੍ਰਮ ਦੇ ਵਿੱਚ ਸਥਾਨ ਕਿਉਂ ਹੈ। ਜੇ ਤੁਹਾਨੂੰ ਪ੍ਰਸ਼ਨ ਆਉਂਦਾ ਹੈ ਕਿ ਗਣਿਤ ਦੀ ਜ਼ਰੂਰਤ ਹੀ ਕਿਉਂ ਹੈ ਪਾਠਕ੍ਰਮ ਦੇ ਵਿੱਚ, ਤਾਂ ਤੁਸੀਂ ਸਾਰਾ ਇਹ ਲਿਖ ਸਕਦੇ ਹੋ। ਗਣਿਤ ਦੇ ਉਦੇਸ਼ ਕੀ ਹੈ, ਤਾਂ ਆ ਹੀ ਗਿਆ। ਗਣਿਤ ਦੀ ਡੈਫੀਨੇਸ਼ਨ ਕੀ ਹੈ, ਉਹ ਵੀ ਆ ਗਿਆ ਕਿ ਕੀ ਗਣਿਤ ਕੀ ਹੈ। ਇਹਦੇ ਵਿੱਚੋਂ ਤੁਸੀਂ ਕਾਫੀ ਸਾਰੇ ਪ੍ਰਸ਼ਨ ਜਿਹੜੇ ਆ ਉਹ ਕੱਢ ਸਕਦੇ ਹੋ। ਛੋਟੇ ਕੁਐਸਚਨ ਆਉਂਦੇ ਨੇ, ਛੋਟੇ ਪ੍ਰਸ਼ਨ ਆਉਂਦੇ, ਉਹ ਵੀ ਜੋ ਬਣ ਜਾਣਗੇ, ਵੱਡਾ ਤਾਂ ਬਣ ਹੀ ਜਾਣਾ ਹੈ। ਤਾਂ ਜਦੋਂ ਤੁਹਾਨੂੰ ਮੋਲਡ ਕਰਕੇ ਵੀ ਪ੍ਰਸ਼ਨ ਆਉਂਦਾ ਕਿ ਅਸੀਂ ਗਣਿਤ ਤੋਂ ਬਿਨਾਂ ਕੰਮ ਚਲਾ ਸਕਦੇ ਹਾਂ, ਨੋ ਨੈਵਰ। ਬੇਸਿਕ ਮੈਥ ਜ਼ਰੂਰੀ ਹੈ, ਹਾਂ ਸਪੈਸ਼ਲਾਈਜੇਸ਼ਨ ਕੋਈ ਜ਼ਰੂਰੀ ਨਹੀਂ। ਆਪਾਂ ਕੋਠਾਰੀ ਕਮਿਸ਼ਨ ਦੀ ਗੱਲ ਕੀਤੀ ਹੈ ਨਾ ਕਿ ਬਾਅਦ ਦੇ ਵਿੱਚੋਂ ਮਰਜ਼ੀ ਹੈ ਹਾਇਰ ਲੈਵਲ 'ਤੇ ਕਰਨਾ ਜਾਂ ਨਾ ਕਰਨਾ, ਪਰ ਬੇਸਿਕ ਮੈਥਮੈਟਿਕਸ ਆਉਣਾ ਬਹੁਤ ਜ਼ਰੂਰੀ ਹੈ। ਤਾਂ ਪਿਆਰੇ ਵਿਦਿਆਰਥੀ ਅਧਿਆਪਕੋ, ਮੈਨੂੰ ਆਸ ਹੈ ਕਿ ਤੁਹਾਨੂੰ ਜਿਹੜੇ ਇਹ ਲੈਕਚਰ ਹੈ, ਇਹ ਇੰਨਾ ਕੁ ਆਪਣਾ ਸਮਝਣ ਦਾ ਉਹ ਹੈ ਉਦੇਸ਼ ਹੈ, ਉਹ ਪੂਰਾ ਹੋ ਗਿਆ ਹੋਊਗਾ, ਤੁਹਾਨੂੰ ਸਮਝ ਆ ਗਿਆ ਹੋਣਾ। ਇਸ ਨੂੰ ਧਿਆਨ ਨਾਲ ਸਮਝ ਕੇ ਤੁਸੀਂ ਖੁਦ ਆਪਣੇ ਵਿਚਾਰਾਂ ਨਾਲ ਇਸ ਨੂੰ ਇਲੈਬੋਰੇਟ, ਇਸ ਨੂੰ ਹੋਰ ਵਧਾ ਕੇ ਲਿਖ ਸਕਦੇ ਹੋ। ਫਿਰ ਮਿਲਾਂਗੇ ਅਗਲੇ ਕਿਸੇ ਲੈਕਚਰ ਦੇ ਨਾਲ। ਥੈਂਕ ਯੂ ਬੇਟਾ।